अस्सलाम वालेकुम जी। वालेकुम अस्सलाम भाईजान की हाल है? अल्हम्दुलिल्लाह खैरियत तबीयत ठीक है? ठीक शुक्र अल्लाह ਤੇ ਦਾ ਭਾਈਜਾਨ ਆਪਾਂ ਲਾਈ ਸੀ ਬਾਰੀਆ ਮਕਈ ਤੇ ਸੁਣਾਓ ਉਹਦੀ ਉਗਾਓ ਕਿਹਦਾ ਰਿਹਾ बहुत अच्छा उगाव रहा जी बेहतरीन माशाल्लाह बहुत अच्छा जी ਤੇ ਕਟਾਈ ਕੋ ਨਹੀਂ ਹਲੀ नहीं ਕੀਤੀ कटाई हाली नहीं हुई जी ਤੇ ਉਹ ਥੱਲੇ ਆਪਾਂ ਜਿਹੜਾ ਨਾ ਇੱਕ ਬੰਦੇ ਨੇ ਕਮੈਂਟ ਕੀਤਾ ਸੀ ਆਪਾਂ ਖਾਦ ਚੁੱਕੀ ਲਾ ਬੈਠੇ ਆ हाँ जी ਤੇ ਉਹਨੇ ਆਖਿਆ ਵੀ ਇਹ ਫੰਗਸ ਪੈ ਜਾ ਸੀ ਦੀ ਤਕਰੀਬਨ 2 ਬੋਰੀਆਂ ਲਾਈਆਂ ਸਨ जी जी एक बोरी पोटाश लाई सी ते एक बोरी डीएपी ਡੀਏਪੀ ਦੀ ਤੇ ਸੁਣਾਓ ਫਿਰ ਫੰਗਸ ਪਈ ਸੀ ਜਾਂ ਬਸ ਐਵੇਂ बेहतरीन होया जी वो वैसे शक ਆਪਣੇ ਮਤਲਬ ਉਹਨੇ ਰਾਏ ਦੇ ਦਿੱਤੀ ਲੇਕਿਨ ਆਪਣੀ ਮਕਈ ਕਮਾਲ ਦੀ ਹੋਈ कोई मामला नहीं बना बहुत अच्छी मकई हुई है जी ਅੱਛਾ ਹੁਣ ਮੈਨੂੰ ਦੱਸੋ ਵੀ ਹੁਣ ਆਪਾਂ ਕਿਹੜੀ ਮਕਈ ਲਗਾਉਣ ਲੱਗੇ ਹਾਂ? ਹੁਣ ਅਸੀਂ 626 ਲਾਉਂਦੇ ਪਏ ਜੀ ਸੈਲਜ ਵਾਸਤੇ ਅੱਛਾ ਜਾਨਵਰਾਂ ਦੇ ਸੈਲਜ ਬਣਾਉਣਾ ਹੈ ਤੇ 626 ਵੀ ਲਾ ਰਹੇ ਤੇ ਅੱਛਾ ਜਿਹੜੀ ਸਾਈਲੇਜ ਵਾਲੀ ਮਕਈ ਹੈ ਇਹਦੇ ਕੀ ਫਾਇਦੇ ਹੈਗੇ ਇਹਦੇ ਬਹੁਤ ਅੱਛਾ ਹੈ ਜੀ ਮਾਲ ਵਾਸਤੇ ਮੈਂ ਆਪਣਾ ਚਾਰੇ ਦੀ ਬਚਤ ਆਂਦੀ ਹੈ ਅੱਛਾ ਤੂੜੀ ਅੱਜ ਕੱਲ ਬੜੀ ਮਹਿੰਗੀ ਹੋ ਗਈ ਜੀ ਠੀਕ ਹੋ ਗਿਆ ਤੂੜੀ ਦੀ ਬਚਤ ਆਵੇ ਦੀ ਬਾਕੀ ਜਿਹੜਾ ਆਪਾਂ ਮੁਲਾਜ਼ਮ ਰੱਖਨੇ ਆ ਦੋ ਦੀ ਬਜਾਏ ਇੱਕ ਮੁਲਾਜ਼ਮ ਤੇ ਆਪਣਾ ਗੁਜ਼ਾਰਾ ਹੋ ਜਾਵੇਗਾ ਜੀ ਅੱਛਾ ਉਦੋਂ ਜਾਨਵਰ ਮੋਟੇ ਹੋ ਜਾਂਦੇ ਨੇ ਸੈਲਜ ਨਾਲ ਦੁੱਧ ਜ਼ਿਆਦਾ ਦਿੰਦੇ ਨੂੰ ਹਰ ਪਾਸੋਂ ਦੀ ਬਚਤ ਵੀ ਹੈ ਤੇ ਫਾਇਦਾ ਵੀ ਹੈ ਜੀ ਜੀ ਗੁੱਡ ਹੋ ਗਿਆ ਅੱਛਾ ਇਹ ਮੈਨੂੰ ਦੱਸੋ ਵੀ ਪਹਿਲਾਂ ਆਪਾਂ ਮਕਈ ਤੁਸੀਂ ਲਗਵਾਉਂਦੇ ਸੋ ਤਾਂ ਅਸੀਂ ਵੀ ਮਕਈ ਲਗਵਾਉਂਦੇ ਸਾਂ ਲੇਬਰ ਤੋਂ ਜੀ ਜੀ ਹੁਣ ਆਪਾਂ ਲਗਾਉਂਦੇ ਪਏ ਮਸ਼ੀਨੀ ਕਾਸ਼ਤ ਕਰਦੇ ਪਏ ਇਸ ਪਲਾਂਟਰ ਨਾਲ ਨਿਊ ਵਾਲੀ ਬਾਈ ਦਾ ਪਲਾਂਟਰ ਬਣਿਆ ਹੋਇਆ ਹੈ ਪਿਛਲੀ ਵਾਰੀ ਬਾਹਰੀਆ ਤੋਂ ਆਪਾਂ ਕੰਮ ਸਟਾਰਟ ਕੀਤਾ ਸੀ ਹੁਣ ਆਪਾਂ ਅੱਗੇ ਆ ਅਸੀਂ ਮੌਸਮੀ ਤੇ ਸਾਰੇ ਜਿਹੜੀ ਹੁਣ ਆਪਾਂ ਲਗਾਉਂਦੇ ਪਏ ਜੀ ਜੀ ਤੇ ਇਹਦੇ ਕੀ ਫਾਇਦੇ ਨੇ ਕਿੰਨੇ ਮੁਤਮਿਨ ਜੇ ਇਸ ਤੇ ਇਹਦੇ ਤੇ ਬਹੁਤ ਅਸੀਂ ਤਕਰੀਬਨ 100 ਵਿੱਚ 90% ਅਸੀਂ ਇਸ ਮਸ਼ੀਨ ਤੇ ਮੁਤਮਿਨ ਹਾਂ ਜੀ ਬਹੁਤ ਅੱਛਾ ਇਹਦਾ ਰਿਜ਼ਲਟ ਹੈ ਦੂਜਾ ਲੇਬਰ ਵਾਲੇ ਇੱਕ ਦਿਨ ਜਾਓ ਅੱਗੋਂ ਦੂਜੇ ਦਿਨ ਕਹਿੰਦੇ ਨੇ ਆ ਜਾ ਸਾਂ ਲੇਕਿਨ ਫਿਰ ਨਹੀਂ ਆਉਂਦੇ ਕੋਈ 200 ਜਾਂ 500 ਵਾਧੂ ਕਹਿ ਦੇਵੇ ਤਾਂ ਉਹਦੇ ਚਲੇ ਜਾਂਦੇ ਨੂੰ ਬੰਦਾ ਉਹਨਾਂ ਨੂੰ ਉਡੀਕਦਾ ਰਹਿੰਦਾ ਹੈ ਤੇ ਪਲਾਂਟਰ ਹੋਵੇ ਤੇ ਸਹੀ ਦਿਹਾੜੀ ਲਾ ਤੇ ਬੰਦਾ ਵਿਹਲਾ ਹੋ ਜਾਂਦਾ ਹੈ ਜੀ ਵਿਹਲਾ ਹੋ ਜਾਂਦੇ ਹੁਣ ਆਪਾਂ ਕਿੰਨੀ ਕੁ ਖਾਦ ਲਾਉਂਦੇ ਪਏ ਹਾਂ? ਹੁਣ ਅਸੀਂ ਇੱਕ ਵਾਰ ਡੀਏਪੀ ਲਾਉਂਦੇ ਪਏ ਹਾਂ ਜੀ ਅੱਛਾ ਬਾਕੀ ਪੋਟਾਸ਼ ਤੇ ਯੂਰੀਆ ਫਿਰ ਇਹਨੂੰ ਉੱਤੇ ਲਾਵਾਂਗੇ ਜੀ ਜੀ ਗੁੱਡ ਹੋ ਗਿਆ ਮਾਸ਼ਾਅੱਲਾ ਤੇ ਸੁਣਾਓ ਹਾਲਾਤ कैसे जा रहे हैं आलू शालू बेच लाया ਆਲੂ ਤਾਂ ਕੋਨੀ ਜੀ ਸਟੋਰ ਵਿੱਚ ਪਏ ਨੂੰ ਅੱਲਾ ਦੇ ਸਪੁਰਦ ਕੋਨੀ ਵਿਕੇ ਬਾਲ ਜ਼ਿਮੀਂਦਾਰ ਪਰੇਸ਼ਾਨ ਹੈ ਜੀ परेशान है ਜ਼ਿਮੀਂਦਾਰ ਜਿਹੜੀ ਚੀਜ਼ ਲੈਣੀ ਹੈ ਉਹ ਦਿਨ ਬ ਦਿਨ ਮਹਿੰਗੀ ਹੁੰਦੀ ਜਾਂਦੀ ਹੈ ਜੀ ਪਿਛਲੀ ਵਾਰੀ ਅਸੀਂ ਬਾਰੀਆ ਮਕਈ ਤੇ 13000 ਦੀ ਡੀਏਪੀ ਲੈ ਕੇ ਲਾਈ ਹੈ ਜੀ ਅੱਜ 3 ਮਹੀਨੇ ਹੋ ਗਏ ਨਾ ਅੱਜ ਉਹ 16000 ਦੀ ਅਸੀਂ ਲੈ ਕੇ ਆਏ 16000 ਦੀ 3000 ਰੁਪਇਆ 50 ਕਿਲੋ ਮਗਰੂ ਵੱਧ ਗਿਆ ਹੈ। बात की है ਤੇ ਤੁਸੀਂ ਵੇਖੋ ਜੀ ਜ਼ਿਮੀਂਦਾਰ ਦੀ ਮਕਈ ਦੇ ਹੁਣ ਕੋਈ ਚਾਂਸ ਨਹੀਂ ਹੈਗੇ ਵੀ ਹੋ ਸਕਦਾ 2000 ਨੂੰ ਵਿਕੇ 3800 ਤੋਂ ਹੁਣ ਆ ਗਈ ਹੈ 2500 2500 ਤੇ ਇਹ ਕੰਮ ਪਿਛਾ ਹੀ ਆ ਰਿਹਾ ਜਿਸੇ ਉਹਨਾਂ ਨੂੰ ਪਤਾ ਲੱਗਣਾ ਹੈ ਵੀ ਜ਼ਿਮੀਂਦਾਰ ਦੇ ਹੁਣ ਫਲੋ ਰੋਜ਼ ਚ ਆ ਰਹੀ ਜਿਨਸ ਉਸ ਵੇਲੇ ਹੇਠਾਂ ਕੰਮ ਆ ਤੇ ਜਾਣ ਕਣਕ ਦਾ ਕੀ ਬਣਾਇਆ ਨੇ ਕਣਕ ਦਾ ਕੀ ਕਣਕ ਦਾ ਵੀ ਉਹ ਵੇਚ ਬੂਝ ਤੇ ਵਿਹਲੇ ਹੋ ਗਏ ਜੀ 3500 ਨੂੰ ਹੁਣ ਕਣਕ ਦਾ ਵੀ ਕੋਈ 37 3800 ਦੱਸਦਾ ਹੈ ਕੋਈ ਗਵਰਨਮੈਂਟ ਦੀ ਹੈ ਜੀ ਉਹਦੇ ਤੇ ਪਾਬੰਦੀ ਵੀ ਵੱਧ ਰੇਟ ਨਹੀਂ ਦੇਣਾ ਜ਼ਿਮੀਂਦਾਰ ਨੂੰ ਨਹੀਂ ਦੇਣਾ ਰੇਟ ਵੱਧ ਤੇ ਮੀਆਂ ਸਾਹਿਬ ਖਾਦਾਂ ਦਾ ਰੇਟ ਕਿਉਂ ਨਹੀਂ ਕਾਬੂ ਕਰਦੇ ਪਏ ਜੀ ਉਹ ਬਾਕੀ ਮੁੜੋ ਉਹਨਾਂ ਦਾ ਜਿੰਨਾ ਕਾਬੂ ਕਰਨਾ ਉਹਨਾਂ ਦੇ ਮਿੱਲਾਂ ਫੈਕਟਰੀਆਂ ਹਨ ਜੀ ਖਾਦਾਂ ਦੀਆਂ ਵੀ ਬੀਆਂ ਦੀਆਂ ਵੀ ਹਰ ਪਾਸੋਂ ਜ਼ਿਮੀਂਦਾਰ ਨੂੰ ਹੀ ਹੈ ਨੁਕਸਾਨ ਜੀ ਜ਼ਮੀਂਦਾਰ ਹਾਂਜੀ। ਅੱਛਾ ਵੈਸੇ ਓਵਰਆਲ ਕਿੰਨਾ ਰੇਟ ਹੋਣਾ ਚਾਹੀਦਾ ਸੀ ਆਪਣੇ ਕਣਕ ਦਾ ਜਿਹੜਾ ਆਪਣੇ ਖਰਚੇ ਪੂਰੇ ਹੁੰਦੇ ਜੇ ਅਗਰ ਆਪਾਂ ਖਾਦ ਤੇ ਡੀਏਪੀ ਮੈਨੂੰ ਤਾਂ ਵੇਖੀਏ ਤੇ ਜਿਵੇਂ ਹੁਣ ਡੀਏਪੀ 3000 ਵਧੀ ਵੀ 3 ਮਹੀਨਿਆਂ ਬਾਅਦ ਤੇ ਕਣਕ ਦਾ ਤਾਂ ਮੁੜੋ ਉਸ ਰੇਟ ਦੇ ਹਿਸਾਬ ਨਾਲ 5-6000 ਰੁਪਇਆ ਹੋਣਾ ਚਾਹੀਦਾ 6000 ਰੇਟ ਘੱਟ ਜੀ ਤੋਂ ਘੱਟ ਹੋਣਾ ਚਾਹੀਦਾ ਤੇ ਜਿਹੜੀ ਮੱਕੀ ਹੈ ਮੱਕੀ ਦਾ ਵੀ 3000 ਰੁਪਇਆ ਕਮ ਤੋਂ ਕਮ 3000 ਰੇਟ ਹੋਣਾ ਚਾਹੀਦਾ ਜੀ ਸਹੀ ਅੱਛਾ ਤੇ ਅਗਰ ਡੀਜ਼ਲ ਵੇਖ ਲਓ ਡੀਜ਼ਲ ਹੁਣ 400 450 ਦਾ ਲੀਟਰ ਹੋ ਗਿਆ ਹੈ ਭਾਈਜਾਨ ਇੱਕ ਹੋਰ ਵੀ ਹੈ ਜਿਸ ਕਰਕੇ ਡੀਜ਼ਲ ਮਹਿੰਗੇ ਨੇ ਖਾਦਾਂ ਮਹਿੰਗੀਆਂ ਨੇ ਕਿਸਾਨ ਦੀ ਫਸਲਾਂ ਹੀ ਸਿਰਫ ਸਸਤੀਆਂ ਨੇ ਬਿਲਕੁਲ ਲੇਕਿਨ ਕਿਸਾਨ- ਕੁਝ ਜਿਹੜੇ ਜ਼ਮੀਂਦਾਰ ਹੈਗੇ ਨੇ ਉਹ ਜਨਾਬ ਮਕਈ ਰੀਸ ਪਰੀਸੀ ਗਿੱਲੀ ਉਹ ਮਕਈ ਮੰਡੀ ਚ ਮਾਰਕੀਟ ਜਾਂਦੇ ਪ੍ਰੈਸ਼ਰ ਨੇ। ਆ ਜਾਂਦਾ ਹੈ ਤੇ ਉਹ ਫਿਰ ਮੇਰਾ ਖਿਆਲ ਹੈ ਵੀ ਮਾਰਕੀਟ ਹਾਂਜੀ ਥੱਲੇ ਕ੍ਰੈਸ਼ ਹੋ ਜਾਂਦੀ ਬਿਲਕੁਲ ਜਿਸੇ ਗਿੱਲੀ ਜਾਣੀ ਹੈ ਮਕਈ ਸਾਹਿਬ ਦੇ ਹਰ ਵਪਾਰੀ ਨੂੰ ਉਹਦੇ ਤੋਂ ਗੁਸਾਵਣਾ ਹੈ ਮੈਂ ਕਹਿੰਦਾ ਜ਼ਮੀਂਦਾਰ ਜੇ ਅਗਰ 4 ਮਹੀਨੇ ਰੁਕ ਜਾਂਦੇ ਨੇ 5-10 ਬਿਲਕੁਲ, ਦਿਨ ਹੋਰ ਵੀ ਬਿਲਕੁਲ। ਰੁਕ ਜਾਣ ਤਾਂ ਹਾਂਜੀ, ਕਿਹੜਾ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਤੇ ਜੀ। ਉਹ ਮਾਰਕੀਟ ਅਗਲੀ ਮੁਸਤਕਿਲ ਨਵੀਂ ਫਸਲ ਦੇ ਆਉਣ ਦੇ ਬਜਾਏ ਪਹਿਲੀ ਫਸਲ ਜਿਹੜੀ ਖੜੀ ਹੁੰਦੀ ਹੈ ਉਹਦਾ ਨੁਕਸਾਨ ਕਰ ਲੈਂਦੇ ਨੇ ਕੱਚੀ ਵਢਾ ਤੇ ਕੱਚੀ ਕਟਾ ਕੇ ਜੀ। ਇਦਾਂ ਹੁੰਦਾ ਉਸ ਦਾ ਵੀ ਫਾਇਦਾ ਘਟ ਜਾਂਦੀ ਹੈ ਕਮ ਸੇ ਕਮ 35 ਮਣ ਜਿਹੜੀ ਹੈ ਨਾ ਜੀ ਕੱਚੀ ਵਢਾਉਣ ਨਾਲ ਮਕਈ ਦਾ ਉਸ ਤੋਂ ਘਟ ਜਾਂਦੀ ਹੈ ਘੱਟ ਮਤਲਬ ਜ਼ਮੀਂਦਾਰ ਦਾ ਹੀ ਜੀ ਨੁਕਸਾਨ ਹੈ ਬਿਲਕੁਲ ਤੇ ਜ਼ਿਮੀਂਦਾਰ ਮੇਰਾ ਖਿਆਲ ਹੈ ਆਪੇ ਵੀ ਨੁਕਸਾਨ ਕਰਦਾ ਹੈ। ਜ਼ਮੀਂਦਾਰ ਨੂੰ ਵੀ ਹੁਣ ਆਕਸੀਜਨ ਹੀ ਲੱਗੀ ਖੜੀ ਹੈ ਹਾਂਜੀ, ਇਹ ਜਿਹੜੇ ਵੀ ਹਾਲਾਤ ਜੀ। ਜਾਂਦੇ ਪਏ ਨੇ ਵੈਂਟੀਲੇਟਰ ਤੇ ਹੈ ਜੀ ਜ਼ਿਮੀਂਦਾਰ। ਵੈਂਟੀਲੇਟਰ ਤੇ ਜਿਵੇਂ 16000 ਰੁਪਇਆ ਚੈੱਕ ਕਰੋ ਜੀ ਡੀਏਪੀ 16000 ਦੀ ਜਾਂ 20 ਦਾ ਥੈਲਾ ਕਿੰਨੇ ਦਾ ਆਂਦੇ ਹੈ ਨੂੰ ਜੀ ਅੱਜ ਲੈ ਲਓ ਕੱਲ ਆਸੋ 500 ਵਧੀ ਵੀ ਉਸੇ ਦੀ 500 ਵਧੀ ਪਈ ਸੀ ਬਲਕਿ ਉਹਨਾਂ ਦੀ ਆਂਦੇ ਨੂੰ ਜੀ ਢਾਈਆਂ ਦੇ ਤਾਂ ਹੋ ਸਕਦਾ ਤੁਹਾਨੂੰ 18000 ਦੀ ਜਾਂ ਹੋ ਸਕਦਾ ਲੱਭੇ ਹੀ ਨਾ ਪਈ ਵੀ ਹੁੰਦੀ ਤੇ ਅਗਵਾਂ ਆਂਦੇ ਨੂੰ ਹੋ ਸਕਦਾ ਤੁਹਾਨੂੰ ਲੱਭੇ ਹੀ ਨਾ ਮੈਂ ਕਹਿੰਦਾ ਵੀ
ਇਨਸ਼ਾਅੱਲਾ ਤਾਲਾ ਸਰ ਸਟੋਰਾਂ ਜੀ ਰੁੜੇਗੀ, ਕਿਸਾਨਾਂ ਕੋਲ ਤੇ ਨੇ ਪੈਸੇ ਨਹੀਂ ਹੈਗੇ ਵੀ ਜਿਹੜੀ ਡੀਏਪੀ ਦਹਾਈਆਂ ਨੂੰ ਲਾਉਣਗੇ। ਮੈਂ ਤਾਂ ਖੁਦ 4 ਕਿੱਲੇ ਲਾਏ ਹੁੰਦੇ, ਦਾਣਾ ਵੀ ਨਹੀਂ ਵਿਖਾਇਆ ਵੀ ਡੀਏਪੀ ਹੈਗੀ ਹੈ ਕਿ ਨਹੀਂ। ਤੇ ਮੇਰਾ ਖਿਆਲ ਵੀ ਜ਼ਮੀਨਦਾਰਾਂ ਨੂੰ ਵੀ ਚਾਹੀਦਾ ਵੀ ਜਿਸ ਤਰੀਕੇ ਮਹਿੰਗੀ ਹੈ ਇਸ ਨੂੰ ਬਾਈਕਾਟ ਕਰਨਾ ਚਾਹੀਦਾ। ਚਲੋ ਕੀ ਦਾ ਮਨ ਘਟ ਨਿਕਲਿਆ ਘੱਟ ਆਸਨ ਬਸ ਉਹ ਫਾਇਦਾ ਹੈ। ਜਿਸ ਤਰੀਕੇ ਹੁਣ ਆਪਾਂ ਬੋਰੀ ਲਾਉਂਦੇ ਆਪਾਂ ਨੂੰ ਅੱਧੀ ਲਾਉਣੀ ਚਾਹੀਦੀ ਸੀ। ਚਲੋ ਹੁਣ ਹਾਂਜੀ। ਇੱਕ ਵਾਰ ਤੁਸੀਂ ਲੈ ਆਂਦੀ ਤੇ ਹੀ ਲਾਣੇ ਤੇ ਬਹੁਤ ਮਿਹਰਬਾਨੀ ਜੀ। ਕਿਸਾਨ ਵੀ ਜਿਹੜੇ ਦੋਸਤ ਲੇਬਰ ਤੋਂ ਮਕਈ ਲਗਵਾਉਂਦੇ ਸਨ ਤੇ ਹੁਣ ਜਨਾਬ ਜਿਸ ਤਰੀਕੇ ਭਾਈ ਮੁਹੰਮਦ ਯਾਸਿਨ ਸਾਹਿਬ ਨੇ ਆਖਿਆ ਹੈ, ਤੁਸੀਂ ਜਨਾਬ ਪਲਾਂਟਰ ਤੋਂ ਲਗਵਾਓ ਕਿਉਂਕਿ ਉਹਨਾਂ ਦਾ ਤਜਰਬਾ ਕਾਮਯਾਬ ਹੈ। ਉਹ ਸਾਹਮਣੇ ਮੈਂ ਕੈਮਰਾ ਜ਼ੂਮ ਕਰਕੇ ਤੁਹਾਨੂੰ ਵਿਖਾਉਣਾ, ਇਹ ਸਾਹਮਣੇ ਮੱਕੀ ਉਹਨਾਂ ਦੀ ਬਹੁਤ ਕਮਾਲ ਦੀ ਖੜੀ ਹੈ ਜਿਹੜੀ ਆਪਾਂ ਬਾਰੀਆਂ ਲਗਾਈ ਸੀ ਤੇ 100/100 ਮਾਸ਼ਾਅੱਲਾ ਮਕਈ ਦਾ ਰਿਜ਼ਲਟ ਹੈ। ਤੇ ਉਹ ਕਹਿੰਦੇ ਨੇ ਵੀ ਮੈਂ ਤਾਂ 90% ਮੁਤਮਿਨ ਹੈਗਾ ਤੇ 10% ਜਿਹੜਾ ਹੈ ਨਾ ਮੈਂ ਲੇਬਰ ਨੂੰ ਮਤਲਬ ਵੋਟ ਦੇਣਾ ਤੇ 90% ਮਸ਼ੀਨ ਨੂੰ। ਤੇ ਹੁਣ ਮੈਨੂੰ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।